ਧਰਨ ਸੋਵਨੀ ਖੜ ਰਤਨ ਜੜਾਵੀ। ਹਰ ਪ੍ਰੇਮ ਪੁਰਖ ਮਨ ਉਠਾ। ਸਭੇ ਕਾਜ ਸੁਹੇਲੜੇ ਥੀਏ। ਗੁਰੂ ਨਾਨਕ ਸਤਿਗੁਰ ਤੁਠਾ। ਸੁਖ ਹਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਤੀਜਾ। ਕਾਚਾ ਧਨ ਸੰਚਾ ਮੂਰਖ ਗਾਵਾਰ। ਮਨ ਮੁਖ ਭੂਲੇ ਅੰਧ ਗਾਵਾਰ। ਵੇਖਿਆ ਕੈ ਧਨ ਸਦਾ ਦੁਖ ਹੋਏ। ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕਾਚਾ ਧਨ ਸੰਚਾ ਮੂਰਖ ਗਾਵਾਰ। ਮਨ ਮੁਖ ਭੂਲੇ ਅੰਧ ਗਾਵਾਰ। ਵੇਖਿਆ ਕੈ ਧਨ ਸਦਾ ਦੁਖ ਹੋਏ। ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤਿ ਪਾਏ। ਕਾਚਾ ਧਨ ਫੁਨ ਆਵੇ ਜਾਏ। ਰਹਾਉ ਮਨ ਮੁਖ ਭੂਲੇ ਸਭ ਮਰਹਿ ਗਵਾਰੋ। ਭਵ ਜਲ ਡੂਬੇ ਨਾ ਉਰ ਵਾਰ ਨਾ ਪਾਰ। ਸਤਿਗੁਰ ਭੇਟੇ ਪੂਰੇ ਭਾਗ। ਸਾਚ ਰਤੇ ਅਹਨਿਸ ਬੈਰਾਗ। ਚੌਹ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ। ਪੂਰੇ ਭਾਗ ਹਰਿ ਨਾਮ ਸਮਾਣੀ। ਸਿੱਧ ਸਾਧਿਕ ਤਰਸੈ ਸਭ ਲੋਇ। ਪੂਰੇ ਭਾਗ ਪ੍ਰਾਪਤ ਹੋਇ। ਸਭ ਕਿਛ ਸਾਚਾ ਸਾਚਾ ਹੈ ਸੋਏ। ਊਤਮ ਬ੍ਰਹਮ ਪਛਾਣੈ ਕੋਇ। ਸਚ ਸਾਚਾ ਸਚ ਆਪ ਦ੍ਰਿੜਾਏ। ਨਾਨਕ ਆਪੇ ਵੇਖੈ ਆਪੇ ਸਚ ਰਾਇ। ਸਭ ਕਿਛ ਸਾਚਾ ਸਾਚਾ ਹੈ ਸੋਏ। ਊਤਮ ਬ੍ਰਹਮ ਪਛਾਣੈ ਕੋਇ। ਸਚ ਸਾਚਾ ਸਚ ਆਪ ਦ੍ਰਿੜਾਏ। ਨਾਨਕ ਆਪੇ ਵੇਖੈ ਆਪੇ ਸਚ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਚਬਰ ਛਤਰ ਤਖਤ ਦੇ ਮਾਲਕ ਗੁਰੂ ਗਰੀਬ ਨਿਵਾਸ ਸਤਿਗੁਰੂ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੀਵਾਨਾ ਸਮੇਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰਿਓ। ਸਤਿਗੁਰੂ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਸਭਨਾਂ ਨੂੰ ਬਾਰੂਦ ਮਚਾਓ ਬਖਸ਼ਿਸ਼ ਕਰਦਿਆਂ ਚਰਨ ਕਮਲਾਂ ਨਾਲ ਜੋੜਿਆ ਹੈ।
ਸਤਿਗੁਰੂ ਜੀ ਦੇ ਹਜ਼ੂਰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਹਜ਼ੂਰ ਦੀਵਾਨਾ ਦੀ ਸਮਾਪਤੀ ਉਪਰੰਤ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਹੁਕਮ ਆਪਾਂ ਸਭਨਾਂ ਨੇ ਸਰਵਣ ਕੀਤਾ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 665 ਅਤੇ 66 ਉੱਪਰ ਦਰਜ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਇਹ ਸ਼ਬਦ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਧਨਾਸਰੀ ਮਹਲਾ ਤੀਜਾ, ਕਾਚਾ ਧਨ ਸੰਚਾ ਮੂਰਖ ਗਵਾਰ, ਮਨਮੁਖ ਭੁੱਲੇ ਅੰਧ ਗਵਾਰ। ਇਹ ਭਾਈ, ਦੁਨੀਆ ਦੇ ਲੋਕ ਕੀ ਕਰ ਰਹੇ ਨੇ? ਸਾਹਿਬ ਜੀ ਆਖਦੇ ਨੇ ਕਾਚਾ ਧਨ ਸੰਚੈ। ਸੰਚੈ ਤੋਂ ਭਾਵ ਹੁੰਦਾ ਇਕੱਠਾ ਕਰਨਾ। ਦੁਨੀਆ ਦੇ ਲੋਕ ਕੱਚਾ ਧਨ ਇਕੱਠਾ ਕਰ ਰਹੇ ਨੇ। ਮੂਰਖ ਗਵਾਰ। ਇਹ ਭਾਈ, ਤੇਰਾ ਧਿਆਨ ਕੇਵਲ ਕੱਚਾ ਧਨ ਇਕੱਠਾ ਕਰਨ ਵਿੱਚ ਹੈ ਤੇ ਨਾਲ ਸਤਿਗੁਰੂ ਜੀ ਆਖਦੇ ਨੇ ਫਿਰ ਤੂੰ ਬਹੁਤਾ ਸਿਆਣਾ ਨਹੀਂ ਹੈ, ਮੂਰਖ ਤੇ ਗਵਾਰ ਹੈ। ਮਨਮੁਖ ਭੁੱਲੇ ਅੰਧ ਗਵਾਰ। ਤੇ ਕੱਚੇ ਧਨ ਨੂੰ ਇਕੱਠਿਆਂ ਕਰਨ ਵਾਲਾ ਕੰਮ ਜਿਹੜਾ ਉਹ ਕਰਦਾ ਕੌਣ ਹੈ? ਸਤਿਗੁਰੂ ਜੀ ਕਹਿੰਦੇ ਜਿਹੜਾ ਮਨਮੁਖ ਹੁੰਦਾ ਹੈ, ਆਪਣੇ ਮਨ ਦੇ ਮਗਰ ਲੱਗਣ ਵਾਲਾ, ਆਪਣੇ ਮਨ ਦੇ ਕਹੇ ਅਨੁਸਾਰ ਜ਼ਿੰਦਗੀ ਜਿਉਣ ਵਾਲਾ। ਸਤਿਗੁਰੂ ਜੀ ਕਹਿੰਦੇ ਯਾਦ ਰੱਖੀ, ਵੇਖਿਆ ਕਹਿ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਵਿਖਿਆ ਤੋਂ ਭਾਵ ਹੁੰਦਾ ਜ਼ਹਿਰ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਮਾਲਕ ਜੀ, ਜੋ ਅਸੀਂ ਇਕੱਠਾ ਕਰ ਰਹੇ ਹਾਂ ਉਹ ਜ਼ਹਿਰ ਹੈ। ਤੇ ਸਤਿਗੁਰੂ ਜੀ ਕਹਿੰਦੇ ਜ਼ਹਿਰ ਇਕੱਠੀ ਕਰਕੇ ਕਦੇ ਕੋਈ ਸੁੱਖ ਨਹੀਂ ਪਾਉਂਦਾ। ਵੇਖਿਆ ਕਹਿ ਧਨ ਭਾਵ ਕਿ ਜ਼ਹਿਰ ਵਰਗੇ ਭੈੜੇ ਕਰਮ ਕਰਕੇ ਜੋ ਮਨੁੱਖ ਕਮਾਈ ਕਰਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਵੇਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਭਾਵ ਕਿ ਜਿੱਥੋਂ ਤੱਕ ਇਹਦੇ ਮਨ ਦੀ ਅਵਸਥਾ ਹੈ, ਇਹਦੇ ਮਨ ਦੀ ਹਾਲਤ ਹੈ, ਉੱਥੇ ਇਹ ਦੁਨਿਆਵੀ ਧਨ ਦੀ ਕੋਈ ਵੀ ਸਹਾਇਤਾ ਨਹੀਂ ਕਰੇਗਾ। ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਭਾਵ ਕਿ ਹੁਣ ਇਹੋ ਜਿਹਾ ਜੋ ਕਮਾਇਆ ਹੁੰਦਾ ਤੇ ਉਹਨੂੰ ਸੁੱਖ ਨਹੀਂ ਦਿੰਦਾ। ਕਮਾਈ ਬੜੀ ਕਰ ਲੈਂਦਾ ਮਨੁੱਖ, ਸਤਿਗੁਰੂ ਜੀ ਕਹਿੰਦੇ, ਪਰ ਫਿਰ ਵੀ ਉਹਦਾ ਸਮਾਂ ਦੁੱਖਾਂ ਵਿੱਚ ਬਤੀਤ ਹੁੰਦਾ, ਕਿਉਂਕਿ ਜੋ ਦੁੱਖ ਸੁੱਖ ਨੇ ਸਾਡੇ ਮਨ ਦੀ ਅਵਸਥਾ ਦੇ। ਤਾਂ ਹੁਣ ਸਾਹਿਬ ਜੀ ਨੇ ਇੱਥੇ ਸਮਝਾਇਆ, ਅਸੀਂ ਹੁਣ ਸਮਝਣਾ ਇਸ ਨੂੰ ਕਿ ਕੱਚਾ ਧਨ ਹੁੰਦਾ ਕੀ ਹੈ। ਨਿਰੀਪੁਰੀ ਜੇ ਅਸੀਂ ਗੱਲ ਕਰ ਲਈਏ ਕਿ ਪੈਸਾ ਹੀ ਕੱਚਾ ਧਨ ਹੈ, ਇਹ ਉੱਤੇ ਪਿਆਰੋ ਜੇ ਗੁਰੂ ਸਾਹਿਬ ਸਾਨੂੰ ਵਰਤਦੇ ਨੇ ਤੇ ਫਿਰ ਗੁਰੂ ਸਾਹਿਬ ਨੂੰ ਕਦੇ ਵੀ ਨਾ ਵਰਤਦੇ। ਇਸ ਗੱਲ ਨੂੰ ਧਿਆਨ ਨਾਲ ਸਮਝੋ ਕਿ ਜਿਵੇਂ ਦੁਨੀਆ ਦੇ ਹੋਰ ਪਦਾਰਥ ਨੇ, ਉਸੇ ਤਰ੍ਹਾਂ ਹੀ ਪੈਸਾ ਵੀ ਇੱਕ ਪਦਾਰਥ ਹੈ। ਜਿਸ ਤਰ੍ਹਾਂ ਦੁਨੀਆ ਦੇ ਪਦਾਰਥ ਸਾਨੂੰ ਜ਼ਿੰਦਗੀ ਜਿਉਣ ਵਾਸਤੇ ਚਾਹੀਦੇ ਨੇ, ਇਸੇ ਤਰ੍ਹਾਂ ਸਾਨੂੰ ਜ਼ਿੰਦਗੀ ਦੇ ਵਿੱਚ ਗੁਜ਼ਾਰਾ ਕਰਨ ਵਾਸਤੇ ਪੈਸਾ ਵੀ ਚਾਹੀਦਾ। ਇਹਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਲਿਖਿਆ ਹੈ, ਜਾ ਕੇ ਗ੍ਰਹਿ ਸੋਭਾ ਰੇ ਨਾਹੇ, ਆਪ ਤਪਈਆ ਖੁਦ ਜਾਹੇ। ਵਾਕੈ ਮਨ ਨਾਹੀ ਸੰਤੋਖ, ਬਿਨ ਸੁਹਾਗਣ ਲਾਗੈ ਦੁਖ। ਸਤਿਗੁਰੂ ਜੀ ਕਹਿੰਦੇ ਜਿੱਥੇ ਇਹ ਪੈਸਾ ਮਾਇਆ ਨਹੀਂ ਹੈ, ਉਸ ਗ੍ਰਹਿ ਦੀ, ਉਸ ਘਰ ਦੀ ਸੋਭਾ ਨਹੀਂ ਹੁੰਦੀ। ਸੋਭਾ ਤੋਂ ਭਾਵ ਕਿ ਉਹ ਘਰ ਸੁੰਨਾ ਹੁੰਦਾ, ਉੱਥੇ ਵਰਤੋਂ ਵਿਹਾਰ ਦੀਆਂ ਚੀਜ਼ਾਂ ਨਹੀਂ ਹੁੰਦੀਆਂ। ਸੋਭਾ ਕਿਹੜੀਆਂ ਚੀਜ਼ਾਂ ਨੂੰ ਹੁੰਦੀ ਹੈ? ਜਿੱਥੇ ਮਨੁੱਖ ਰਹਿੰਦਾ ਹੋਵੇ, ਵਰਤੋਂ ਵਿਹਾਰ ਦੀਆਂ ਵਸਤਾਂ ਪਈਆਂ ਹੋਣ,
ਉਹ ਸਮਾਨ ਧਿਆਓ ਵੀ ਜਿਹੜਾ ਉਹਦੀ ਜ਼ਿੰਦਗੀ 'ਚ ਚਾਹੀਦਾ, ਜ਼ਰੂਰੀ ਹੈ। ਤੇ ਇਸੇ ਨਾਲ ਹੀ ਸੰਸਾਰ ਦੀ ਸ਼ੋਭਾ ਜੁੜੀ ਹੈ। ਸਤਿਗੁਰੂ ਜੀ ਕਹਿੰਦੇ ਜਿੱਥੇ ਇਹ ਪੈਸਾ ਨਹੀਂ ਹੈ, ਮਾਇਆ ਨਹੀਂ ਹੈ, ਜਾ ਕੇ ਗ੍ਰਹਿ ਸ਼ੋਭਾ ਰੇ ਨਾ ਹੈ, ਆਵਤ ਪਈਆ ਖੁਦੇ ਜਾਏ। ਤੇ ਘਰ ਦੇ ਵਿੱਚ ਆਏ ਹੋਏ ਪ੍ਰਾਹੁਣੇ ਕਹਿ ਲਓ ਜਾਂ ਕੋਈ ਮਿੱਤਰ ਦੋਸਤ ਕਹਿ ਲਓ, ਜੇ ਆਏ ਹੋਏ ਉਹ ਭੁੱਖੇ ਮੁੜ ਜਾਣ, ਖੁਦੇ ਜਾਏ ਭਾਵ ਭੁੱਖੇ ਹੀ ਮੁੜ ਗਏ। ਵਾਕਿਆ ਮਨ ਨਾਹੀ ਸੰਤੋਖ, ਬਿਨ ਸੁਹਾਗਣ ਲਾਗੈ ਦੋ। ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਮਨ ਨੂੰ ਸੰਤੋਖ ਨਹੀਂ ਆਇਆ। ਉਹ ਤੇ ਕਹਿੰਦੇ ਸਾਡਾ ਮਿੱਤਰ ਹੈ, ਦੋਸਤ ਹੈ, ਚੱਲ ਕੇ ਗਏ, ਉਹਨੂੰ ਮਿਲ ਕੇ ਆਈਏ, ਪਰ ਉੱਥੇ ਕੋਈ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਵੀ ਨਾ ਹੋਇਆ। ਆਵੇ ਚਾਹੀਦੀ ਤਾਂ ਹੈ, ਇਹ ਪੈਸਾ ਜ਼ਰੂਰੀ ਹੈ। ਹੁਣ ਜਦੋਂ ਅਸੀਂ ਦੇਖਦੇ ਹਾਂ ਸਤਿਗੁਰੂ ਜੀ ਨੇ ਅਥਾਹ ਪੈਸੇ ਦੀ ਵਰਤੋਂ ਕੀਤੀ, ਹੋ ਸਕਦਾ ਵੀ ਕੋਈ ਰਾਜਾ ਮਹਾਰਾਜਾ ਵੀ ਇੰਨੇ ਪੈਸੇ ਦੀ ਵਰਤੋਂ ਨਾ ਕਰਦਾ ਹੋਵੇ। ਹਾਂ, ਰਾਜੇ ਮਹਾਰਾਜੇ ਉਹ ਪੈਸੇ ਨੂੰ ਰੱਖ ਲੈਂਦੇ ਨੇ, ਜੋੜ ਲੈਂਦੇ ਨੇ, ਖਜ਼ਾਨੇ ਭਰ ਲੈਂਦੇ ਨੇ, ਪਰ ਸਤਿਗੁਰੂ ਜੀ ਨੇ ਉਹੀ ਪੈਸਾ ਜਿਹੜਾ ਉਹ ਲੋਕ ਭਲਾਈ ਦੇ ਕਾਰਜਾਂ ਉੱਪਰ ਲਗਾ ਦਿੱਤਾ। ਨਗਰ ਵਸਾ ਦਿੱਤੇ, ਖੂਹ ਲਵਾ ਦਿੱਤੇ, ਹੋਰ ਕਿਤੇ ਕਾਲ ਪੈ ਗਿਆ, ਉਹੀ ਪੈਸਾ ਸਤਿਗੁਰੂ ਜੀ ਨੇ ਲੋਕਾਂ ਦੇ ਭਰੇ ਵਾਸਤੇ ਖਰਚ ਦਿੱਤਾ। ਕਿਤੇ ਲੋੜ ਪੈ ਗਈ, ਸਤਿਗੁਰੂ ਜੀ ਨੇ ਦੁਆ ਦਾਰੂ ਵਾਸਤੇ ਪ੍ਰਬੰਧ ਕੀਤਾ। ਜਿਵੇਂ ਤਰਨਤਾਰਨ ਸਾਹਿਬ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੋੜੀ ਘਰ ਬਣਾਇਆ, ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੇ ਦੁਆਖਾਨਾ ਬਣਾਇਆ। ਭਾਵ ਕਿ ਹੁਣ ਪੈਸੇ ਦੀ ਸੁਚੱਜੀ ਵਰਤੋਂ ਜਿਹੜੀ ਉਹ ਹੈ ਸੱਚਾ ਤਾਂ ਹੁਣ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ ਕਿ ਸੁਚੱਜੀ ਵਰਤੋਂ ਜਿਹੜੀ ਜਾਂ ਮਨੁੱਖ ਦੀ ਕਮਾਈ ਦੇ ਜਿਹੜਾ ਤਰੀਕਾ ਹੈ ਉਹ ਉਹਦਾ ਸੱਚਾ ਧਨ ਕਿਵੇਂ ਬਣ ਸਕਦਾ। ਹੁਣ ਪੈਸਾ ਤੇ ਚਾਹੀਦਾ, ਤਾਂ ਹੁਣ ਪਿਆਰੋ ਸਤਿਗੁਰੂ ਜੀ ਨੇ ਬਾਣੀ ਵਿੱਚ ਸਾਨੂੰ ਇਹ ਗੱਲ ਸਮਝਾਈ। ਕਹਿੰਦਾ ਕਿ ਅਸਲ ਦੇ ਵਿੱਚ ਸਭ ਤੋਂ ਪਹਿਲਾਂ ਤੇ ਕੰਮ ਇਹ ਕਰ ਕਿ ਸੁਚੱਜੀ ਮੱਤ ਗ੍ਰਹਿਣ ਕਰ। ਜਦੋਂ ਤੇਰੀ ਮੱਤ ਅਮੀਰ ਹੋਵੇਗੀ ਤੇ ਤੂੰ ਬਾਹਰੀ ਤੌਰ ਤੇ ਵੀ ਅਮੀਰ ਹੋ ਸਕਦਾ। ਪਹਿਲੀ ਤੇ ਗੱਲ ਤੇਰੇ ਕੋਲੇ ਚੰਗੀ ਮੱਤ ਹੋਣੀ ਜ਼ਰੂਰੀ ਹੈ। ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੇ। ਹੁਣ ਆਮ ਤੌਰ ਤੇ ਤਾਂ ਬੰਦਾ ਦੁਨਿਆਵੀ ਤੌਰ ਤੇ ਹੀ ਕਹਿੰਦਾ ਨਾ, ਕਿਸੇ ਕੋਲੇ ਪੈਸਾ ਧੇਲਾ ਉਹ ਅਮੀਰ ਹੈ, ਕਿਸੇ ਕੋਲੇ ਹੀਰੇ ਜਵਾਹਰਾਤ ਹੋਣ ਬੰਦਾ ਕਹਿੰਦੇ ਬੜਾ ਹੀ ਅਮੀਰ ਹੈ। ਪਰ ਸਤਿਗੁਰੂ ਜੀ ਕਹਿੰਦੇ ਇੱਥੇ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਜਿਹੜੀ ਸਾਹਿਬ ਜੀ ਕਹਿੰਦੇ ਉਹ ਇਸ ਤਰ੍ਹਾਂ ਹੈ ਜਿਵੇਂ ਹੀਰੇ ਜਵਾਹਰਾਤ ਮੋਤੀ ਹੁੰਦੇ ਨੇ। ਜਿੱਥੇ ਹੀਰੇ ਹੋਣ, ਜਵਾਹਰਾਤ ਮੋਤੀ ਹੋਣ, ਉੱਥੇ ਦੁਨਿਆਵੀ ਗਰੀਬੀ ਨਹੀਂ ਰਹਿੰਦੀ। ਤੇ ਜਿੱਥੇ ਗੁਰੂ ਦੀ ਮੱਤ ਆ ਜਾਵੇ ਉੱਥੇ ਮਨੁੱਖ ਮੱਤ ਕਰਕੇ ਕੰਗਾਲ ਨਹੀਂ ਰਹਿੰਦਾ। ਹੁਣ ਬੜੇ ਐਸੇ ਲੋਕ ਨੇ ਜਿਨ੍ਹਾਂ ਕੋਲ ਰਾਜ ਭਾਗ ਹੁੰਦਾ, ਪਰ ਰੱਬੀ ਯਾਦ ਨਾਲ ਟੁੱਟੇ ਹੋਣ ਕਰਕੇ ਸਤਿਗੁਰੂ ਜੀ ਨੇ ਆਖਿਆ ਕਿ ਇਹ ਲੋਕ ਨੇ ਇਹ ਜਿਉਂਦੇ ਨਹੀਂ, ਪਹਿਲੀ ਤੇ ਗੱਲ ਹੈ ਹੀ ਮੁਰਦੇ ਨੇ, ਕਿਉਂਕਿ ਪਰਮਾਤਮਾ ਨਾਲ ਟੁੱਟ ਗਏ ਨੇ। ਜੇ ਜੀਵੈ, ਜਿਵੇਂ ਸਾਹਿਬ ਜੀ ਕਹਿੰਦੇ ਨੇ, ਸੋ ਜੀਵੈ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ। ਰਾਜ ਰੰਗ ਮਾਲ ਰੰਗ, ਰੰਗ ਰੱਤਾ ਨੱਚੈ ਨੰਗ। ਇਹਨਾਂ ਨੂੰ ਨੰਗ ਆਖਿਆ ਹੈ। ਜਿਵੇਂ ਸ਼ਾਹ ਹੁਸੈਨ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ, ਉਸਨੇ ਵੀ ਲਿਖਿਆ ਹੈ। ਉਹ ਕਹਿੰਦਾ ਜਿਸ ਧਨ ਦਾ ਤੂੰ ਗਰਭ ਕਰੇਨਾ, ਸੋ ਨਾਲ ਨਾ ਚੱਲ ਸੀ ਤਮਾ। ਲੱਖਾਂ ਤੇ ਕਰੋੜਾਂ ਵਾਲੇ ਸੇ ਪੌਸਣ ਬਸ ਜੰਗਾ। ਕਹਿਣ ਲੱਗਾ ਭਰਿਆ ਜਿਹੜੇ ਧਨ ਦਾ, ਪੈਸੇ ਦਾ ਤੂੰ ਗਰਭ ਕਰਦਾ ਹੈ, ਹੰਕਾਰ ਕਰਦਾ ਹੈ, ਇਹਨੇ ਨਾਲ ਥੋੜਾ ਨਿਭ ਜਾਣਾ। ਤੈਨੂੰ ਮਨ ਦਾ ਸੁੱਖ ਨਹੀਂ ਇਹ ਦੇ ਸਕੇਗਾ, ਮਨ ਦੀ ਸ਼ਾਂਤੀ ਤੈਨੂੰ ਨਹੀਂ ਦੇ ਸਕੇਗਾ। ਤੇ ਜਿਵੇਂ ਸ਼ਾਹ ਹੁਸੈਨ ਜੀ ਕਹਿੰਦੇ ਨੇ, ਕਹਿੰਦੇ ਕਿ ਯਾਦ ਰੱਖੀ ਫਿਰ ਨਿਭੇਗਾ ਨਹੀਂ। ਕਹਿੰਦੇ ਜਿਹੜੇ ਲੱਖਾਂ ਦੇ ਕਰੋੜਾਂ ਵਾਲੇ ਨਾ, ਜਿਨ੍ਹਾਂ ਨੇ ਜ਼ਿਆਦਾ ਇਕੱਠਾ ਕੀਤਾ, ਸੇ ਪੌਸਨ ਬਸ ਜੰਗਾਂ, ਉਹੀ ਦੁਨੀਆ ਦੇ ਲੋਕਾਂ ਨੂੰ ਜੰਗਾਂ ਵਿੱਚ ਝੋਕ ਦਿੰਦੇ ਨੇ। ਹੁਣ ਜੰਗ ਲੱਗਦੀ ਹੈ ਕਿਤੇ, ਉਹ ਕੋਈ ਮਜ਼ਦੂਰੀ ਕਰਨ ਵਾਲਾ ਬੰਦਾ ਥੋੜ੍ਹਾ ਲਾਉਂਦਾ। ਦੁਨੀਆ ਦੀ ਲੜਾਈ ਲੱਗਦੀ ਹੈ, ਵਰਲਡ ਵਾਰ ਲੱਗਦੀ ਹੈ, ਜਿਹੜਾ ਬੰਦਾ ਆਪਦੀ ਕਿਰਤ ਕਮਾਈ ਕਰਕੇ ਖਾਣ ਵਾਲਾ, ਕਾਰ ਵਿਹਾਰ ਕਰਕੇ ਖਾਣ ਵਾਲਾ, ਉਹ ਕਿਤੇ ਜੰਗਾਂ ਥੋੜ੍ਹਾ ਲੜਦਾ। ਉਹਦੀ ਜੰਗ ਤੇ ਇਹੀ ਹੁੰਦੀ ਹੈ ਵੀ ਮਿਹਨਤ ਮਜ਼ਦੂਰੀ ਕਰਕੇ ਚਾਰ ਪੈਸੇ ਬਣ ਜਾਣ ਤੇ ਸ਼ਾਮ ਨੂੰ ਪਰਿਵਾਰ ਦਾ ਢਿੱਡ ਭਰ ਜਾਏ। ਤੇ ਜਿਹੜੇ ਅਸਲ ਮੱਤ ਕਰਕੇ ਕੰਗਾਲ ਨੇ, ਸੁਰਤ ਕਰਕੇ ਕੰਗਾਲ ਨੇ, ਦੁਨਿਆਵੀ ਪੈਸਾ ਬਹੁਤ ਇਕੱਠਾ ਹੋ ਗਿਆ, ਇਹੋ ਜਿਹੇ ਲੋਕ ਫਿਰ ਦੁਨੀਆ ਨੂੰ ਜੰਗਾਂ ਵਿੱਚ ਝੋਕ ਦਿੰਦੇ ਨੇ,
ਲੜਾਈਆਂ ਲੱਗਦੀਆਂ ਤੇ ਮਨੁੱਖਤਾ ਦਾ ਬੜਾ ਨੁਕਸਾਨ ਹੁੰਦਾ। ਹੁਣ ਪਿਆਰਿਓ, ਮਨੁੱਖ ਸਚਿਆਰਾ ਕਿਵੇਂ ਬਣੇਗਾ? ਹੁਣ ਗੁਰੂ ਸਾਹਿਬ ਦਾ ਜੀਵਨ ਪੜ੍ਹਦੇ ਹਾਂ ਜਦੋਂ ਅਸੀਂ, ਉਹਨਾਂ ਕੋਲ ਸੱਚਾ ਧਨ ਕਿਹੜਾ ਸੀ? ਸੱਚਾ ਧਨ ਇਹ ਸੀ ਵੀ ਦੁਨਿਆਵੀ ਪਦਾਰਥਾਂ ਨੂੰ ਉਹਨੇ ਵਰਤਿਆ, ਵਰਤੋਂ ਵਿੱਚ ਲਿਆਂਦਾ, ਪਰ ਕਿਸੇ ਚੀਜ਼ ਦੀ ਪਕੜ ਨਹੀਂ ਰੱਖੀ ਤੇ ਕਿਸੇ ਵੀ ਚੀਜ਼ ਨੂੰ ਪਾਉਣ ਵਾਸਤੇ ਸ਼ਸਤਰ ਚੱਕ ਕੇ ਸਤਿਗੁਰੂ ਜੀ ਨੇ ਚੜ੍ਹਾਈ ਨਹੀਂ ਕੀਤੀ। ਜਿੰਨੀਆਂ ਵੀ ਜੰਗਾਂ ਹੋਈਆਂ ਨੇ, ਜਿਹੜੇ ਲੋਕ ਚੜ੍ਹ ਕੇ ਆਏ ਨੇ, ਸਤਿਗੁਰੂ ਜੀ ਨੇ ਜਵਾਬ ਦਿੱਤਾ, ਜਵਾਬ ਦਿੱਤਾ। ਨਹੀਂ ਹੁਣ ਦੁਨੀਆ ਦੇ ਲੋਕ ਤਾਂ ਜਦੋਂ ਕੋਈ ਮੁਲਕ ਕਿਸੇ ਮੁਲਕ ਤੇ ਕਬਜ਼ਾ ਕਰ ਲੜਾਈ ਲੜਦਾ, ਉਹਦਾ ਇਹੋ ਭਾਵ ਹੁੰਦਾ ਕਿ ਇਹਨੂੰ ਕਬਜ਼ਾ ਕਰਕੇ ਇਹਨੂੰ ਦਬੀਏ। ਇਸ ਕਰਕੇ ਦੁਨੀਆ ਦੇ ਵਿੱਚ ਕਲੇਸ਼। ਸਾਨੂੰ ਕੱਚਾ ਧਨ ਅਸਲ ਦੇ ਵਿੱਚ ਮਾੜੀ ਮੱਤ ਹੀ ਕੱਚਾ ਧਨ ਹੈ। ਮਨੁੱਖ ਔਗਣ ਇਕੱਠੇ ਕਰਦਾ ਰਹਿੰਦਾ ਹੈ, ਅਸਲ ਦੇ ਵਿੱਚ ਔਗਣ ਹੀ ਨੇ ਜਿਹੜੇ, ਇਹੀ ਕੱਚਾ ਧਨ ਹੈ। ਜਦੋਂ ਮਨੁੱਖ ਦੇ ਜੀਵਨ ਵਿੱਚ ਔਗਣ ਆ ਜਾਂਦੇ ਨੇ, ਫਿਰ ਉਹ ਜਦੋਂ ਦੁਨਿਆਵੀ ਕਿਰਤ ਕਮਾਈ ਵੀ ਕਰਦਾ ਤਾਂ ਉਹ ਸਹੀ ਤਰੀਕੇ ਨਾਲ ਨਹੀਂ ਕਰਦਾ। ਉਹ ਕਿਰਤ ਕਮਾਈ ਠੱਗੀਆਂ, ਧੋਖੇ, ਚੋਰੀ, ਬੇਈਮਾਨੀ, ਖਿੱਚਾ ਧੋਈ ਕਰਕੇ ਫਿਰ ਉਹ ਪੈਸਾ ਇਕੱਠਾ ਕਰਦਾ, ਖਿੱਚਾ ਧੋਈ ਕਰਕੇ। ਤੇ ਸਤਿਗੁਰੂ ਜੀ ਨੇ ਆਖਿਆ, ਇਹਨੂੰ ਪਤਾ ਵੀ ਹੈ, ਸੰਗ ਨਾ ਚਾਲ ਸਤੇਰਾ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ। ਹੁਣ ਪਿਆਰੋ, ਇੰਨੀ ਗੱਲ ਧਿਆਨ ਨਾਲ ਸਮਝ ਲਵੋ, ਫਿਰ ਸਾਨੂੰ ਪਤਾ ਲੱਗ ਜਾਵੇਗਾ ਕਿ ਕੱਚਾ ਧਨ ਅਸੀਂ ਕਿਵੇਂ ਇਕੱਠਾ ਕਰਦੇ ਹਾਂ ਤੇ ਸੱਚਾ ਧਨ ਅਸੀਂ ਕਿਵੇਂ ਇਕੱਠਾ ਕਰਦੇ। ਹੁਣ ਮਨੁੱਖ ਸਿੱਖਦਾ ਕਿੱਥੋਂ ਹੈ? ਜਿੱਥੇ ਇਹਦਾ ਵਰਤੋਂ ਵਿਹਾਰ ਹੁੰਦਾ। ਮਨੁੱਖ ਸੰਸਾਰ ਵਿੱਚ, ਦੁਨੀਆ ਵਿੱਚ ਜਦੋਂ ਜਨਮ ਲੈਂਦਾ, ਵਰਤੋਂ ਵਿਹਾਰ ਇਹਦਾ ਆਪਣੇ ਪਰਿਵਾਰ ਨਾਲ ਹੁੰਦਾ, ਇਹਦੇ ਸਕੇ ਸੰਬੰਧੀਆਂ ਨਾਲ ਹੁੰਦਾ, ਜਾਂ ਇਹਦੇ ਮਿੱਤਰ ਦੋਸਤ ਦੁਨੀਆਦਾਰੀ ਨਾਲ ਇਹਦਾ ਵਿਹਾਰ ਬਣਦਾ। ਫਿਰ ਉਹਨਾਂ ਤੋਂ ਵੇਖ ਕੇ ਇਹ ਸਿੱਖਦਾ। ਤੇ ਅੱਜ ਸਾਡੇ ਬੱਚੇ ਜਿਹੜੇ ਘਰਾਂ ਦੇ ਵਿੱਚ ਨੇ, ਉਹ ਪੈਸੇ ਦਾ ਕਾਰ ਵਿਹਾਰ ਕਰਨਾ ਸੁਭਾਵਿਕ ਹੀ ਸਿੱਖ ਜਾਂਦੇ ਨੇ। ਉਹ ਸਿੱਖ ਜਾਂਦੇ ਨੇ ਕਿ ਇਹ ਪੈਸੇ ਨੂੰ ਕਿਵੇਂ ਕਮਾਇਆ ਜਾਂਦਾ, ਇਹ ਪੈਸੇ ਨੂੰ ਸਾਡੇ ਮਾਂ-ਬਾਪ ਕਿਵੇਂ ਵਰਤਦੇ ਨੇ, ਇਹ ਪੈਸਾ ਜਿਹੜਾ ਇਹਨੂੰ ਕਿਵੇਂ ਸਾਂਭ ਕੇ ਰੱਖਿਆ ਜਾ ਸਕਦਾ ਹੈ, ਇਹ ਪੈਸੇ ਵਿੱਚ ਕਿਵੇਂ ਵਾਧਾ ਕੀਤਾ ਜਾ ਸਕਦਾ। ਇਹਨਾਂ ਦੇ ਬੰਦਾ ਸਿੱਖ ਜਾਂਦਾ, ਕਿਉਂਕਿ ਵਰਤੋਂ ਵਿਹਾਰ ਸਾਡਾ ਸੰਸਾਰ ਨਾਲ ਹੈ। ਹੁਣ ਸੰਸਾਰ ਵਿੱਚੋਂ ਬੰਦਾ ਪੈਸਾ ਕਮਾਉਂਦਾ ਹੈ। ਇਸੇ ਤਰ੍ਹਾਂ ਪਿਆਰੋ, ਜੇ ਤੁਸੀਂ ਗੁਰੂ ਨਾਲ ਜੁੜਨਾ ਤੇ ਗੁਰੂ ਦੇ ਨਾਲ ਜੁੜ ਕੇ ਤੁਸੀਂ ਸੱਚਾ ਧਨ ਪ੍ਰਾਪਤ ਕਰ ਸਕੋਗੇ। ਗੁਰੂ ਨਾਲ ਸਾਂਝ ਬਣਾਓ, ਜਿਵੇਂ ਪਰਿਵਾਰ ਨਾਲ ਸਾਂਝ ਬਣੀ, ਤੇ ਗੁਰੂ ਨਾਲ ਜੁੜ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਨਾਮ ਧਨ ਇਕੱਠਾ ਕਿਵੇਂ ਕੀਤਾ ਜਾਂਦਾ। ਹੁਣ ਤਾਂ ਸਾਨੂੰ ਪਤਾ ਹੀ ਨਹੀਂ ਵੀ ਨਾਮ ਧਨ ਹੈ ਕੀ। ਸਾਨੂੰ ਇੱਕ ਸ਼ਬਦ ਨੇ ਜਿਹੜੇ ਸਾਡੇ ਕੰਨਾਂ ਵਿੱਚ ਪੈਂਦੇ ਨੇ, ਕੁਝ ਸਮੇਂ ਬਾਅਦ ਅਸੀਂ ਵਿਸਾਰ ਦਿੰਦੇ ਹਾਂ, ਇਹਦੀ ਪਰਿਭਾਸ਼ਾ ਨਹੀਂ ਸਾਨੂੰ ਪਤਾ। ਹੁਣ ਪਿਆਰੋ, ਜਿਵੇਂ ਔਗਣ ਨੇ, ਔਗਣਾਂ ਦਾ ਸਾਡੇ ਜੀਵਨ ਤੇ ਪ੍ਰਭਾਵ ਆ ਵੀ ਸਾਡਾ ਜੀਵਨ ਬੁਰੇ ਪਾਸੇ ਨੂੰ ਤੁਰ ਪੈਂਦਾ ਤੇ ਬੰਦਾ ਚੰਗਾ ਸੋਚਣ ਦੀ ਬਜਾਏ ਬੁਰਾ ਹੀ ਸੋਚਦਾ। ਇਸੇ ਤਰ੍ਹਾਂ ਜਦੋਂ ਪਿਆਰੋ ਮਨੁੱਖ ਗੁਰੂ ਨਾਲ ਜੁੜਦਾ ਹੈ, ਫਿਰ ਉਹਦੀ ਸੋਚ ਹੈ ਜਿਹੜੀ ਉਹ ਚੰਗੀ ਹੋ ਜਾਂਦੀ ਹੈ ਤੇ ਉਹ ਹਰ ਪੱਖ ਤੋਂ ਚੰਗਾ ਸੋਚ ਕੇ ਤੇ ਸ਼ੁਭ ਕਿਰਤ ਕਮਾਈ ਵਾਲੇ ਪਾਸੇ ਧਿਆਨ ਦਿੰਦਾ, ਸ਼ੁਭ ਤਰੀਕੇ ਨਾਲ ਕਮਾਈ ਕਰਦਾ। ਹੁਣ ਪੈਸਾ ਤੇ ਮਲਕ ਭਾਗੋ ਨੇ ਵੀ ਕਮਾਇਆ ਤੇ ਪੈਸਾ ਭਾਈ ਲਾਲੋ ਵੀ ਕਮਾ ਰਿਹਾ, ਕਿਉਂਕਿ ਇਹ ਫਰਕ ਇਹਨਾਂ ਕਿ ਵੀ ਮਲਕ ਭਾਗੋ ਨੇ ਢੇਰ ਲਾ ਲਏ ਤੇ ਭਾਈ ਲਾਲੋ ਕੋਲੇ ਗੁਜ਼ਾਰੇ ਜੋਖਰਾ ਪੈਸਾ ਤਾਂ ਹੈ ਨਾ, ਪੈਸਾ ਹੈ। ਪਰ ਉੱਥੇ ਗੱਲ ਕੀ ਹੈ ਵੀ ਭਾਈ ਲਾਲੋ ਕਿਸੇ ਦਾ ਖੂਨ ਨਹੀਂ ਚੂਸਦਾ, ਕਿਸੇ ਦਾ ਹੱਕ ਨਹੀਂ ਮਾਰਦਾ, ਕਿਸੇ ਨਾਲ ਧੱਕਾ ਨਹੀਂ ਕਰਦਾ, ਕਿਸੇ ਨਾਲ ਜ਼ੁਲਮ ਨਹੀਂ ਕਰਦਾ, ਜੋ ਉਹ ਮਿਹਨਤ ਕਰਦਾ। ਹੁਣ ਮਿਹਨਤ ਕਰਨ ਨੂੰ ਸਤਿਗੁਰੂ ਜੀ ਨੇ ਮਨਾ ਥੋੜਾ ਕੀਤਾ। ਗੁਰੂ ਜੀ ਦੇ ਸਿੱਖ, ਜਿਵੇਂ ਸ਼੍ਰੀਲੰਕਾ ਦਾ ਰਾਜਾ ਸ਼ਿਵਨਾਮ ਗੁਰੂ ਜੀ ਦਾ ਸਿੱਖ ਹੋਇਆ, ਜੇ ਪੈਸੇ ਦੀ ਗੱਲ ਕਰ ਲਈ ਕੱਚਾ ਧਨ ਹੈ, ਫਿਰ ਤੋਂ ਗੁਰੂ ਦਾ ਸਿੱਖ ਬਣ ਨਹੀਂ ਸਕਦੇ ਕਿਸ ਹਿਸਾਬ 'ਚ। ਭਾਵ ਕਿ ਕੰਮ ਕਰਨ ਦਾ ਤਰੀਕਾ ਗਲਤ ਹੈ ਜਿਹੜਾ, ਉਸੇ ਨੂੰ ਹੀ ਕੱਚਾ ਧਨ ਆਖਿਆ, ਜਿਹੜੇ ਤਰੀਕਿਆਂ ਨਾਲ ਅਸੀਂ ਕਮਾਈ ਕਰਦੇ ਹਾਂ। ਭਾਈ ਮਾਨਸੁਖ ਬੜਾ ਵੱਡਾ ਵਪਾਰੀ ਹੈ। ਕੱਲ੍ਹ ਹੀ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀ ਘਟਨਾ ਸਾਂਝੀ ਕਰਕੇ ਹਟੇ ਹਾਂ। ਭਾਈ ਮੱਖਣ ਸ਼ਾਹ ਲਵਾਣ ਬੜਾ ਰਈਸ ਪਰਿਵਾਰ ਹੈ, ਬੜਾ ਵੱਡਾ ਵਪਾਰੀ ਹੈ ਉਹ ਪਰਿਵਾਰ ਵੀ। ਤਾਂ ਹੁਣ ਕਹਿਣ ਤੋਂ ਭਾਵ ਇਹ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਜਿਹੜਾ ਸੱਚਾ ਧਨ ਹੈ, ਭਾਵ ਕਿ ਤੇਰੀ ਜ਼ਿੰਦਗੀ ਜਿਉਣ ਦਾ ਤਰੀਕਾ। ਹੁਣ ਗੁਣ ਤਾਂ ਇਕੱਠੇ ਕਰ ਲਏ ਜੀਵਨ ਦੇ ਵਿੱਚ, ਔਗਣ ਇਕੱਠੇ ਕਰ ਲਏ। ਔਗਣਾਂ ਨੇ, ਜਿਹੜੇ ਔਗਣ ਨੇ, ਇਹੀ ਕੱਚਾ ਧਨ ਹੈ, ਤੇਰੇ ਜੀਵਨ ਨੂੰ ਬਰਬਾਦੀ ਵਾਲੇ ਪਾਸੇ ਲੈ ਕੇ ਜਾ ਰਹੇ। ਕੱਚਾ ਧਨ ਸੰਚੈ ਮੂਰਖ ਗਵਾਰ। ਔਗਣ ਇਕੱਠੇ ਕਰਦੇ ਨੂੰ ਕਿੰਨਾ ਟਾਈਮ ਲੱਗਿਆ ਜੀ ਸਾਨੂੰ? ਜੇ ਅਸੀਂ ਜਨਮ ਲਿਆ, ਜਨਮ ਲੈ ਕੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ 20 ਸਾਲ ਨਹੀਂ ਆਏ, 30 ਸਾਲ ਨਹੀਂ ਆਏ, ਗੁਰੂ ਦੀ ਗੱਲ ਨਹੀਂ ਸਮਝੀ,
ਅਸੀਂ ਸੰਸਾਰ ਦੀ ਸੋਚ ਹੀ ਇਕੱਠੀ ਕੀਤੀ ਜੋ ਦੁਨੀਆ ਕਰਦੀ ਹੈ। ਤੇ ਦੁਨੀਆ ਕੀ ਕਰਦੀ ਹੈ ਸਭ ਨੂੰ ਪਤਾ, ਜਿਹਨੂੰ ਮਰਜ਼ੀ ਪੁੱਛ ਲਓ, ਕਹਿੰਦੇ ਵੀ ਦੁਨੀਆ ਬਹੁਤ ਭੈੜੀ ਹੈ, ਦੁਨੀਆ ਬਹੁਤ ਮਾੜੀ, ਜਾਂ ਕਹਿੰਦੇ ਵੀ ਦੁਨੀਆ ਦੋ ਮੂਹੀ ਹੁੰਦੀ ਹੈ। ਕੋਈ ਨਹੀਂ ਤੁਹਾਨੂੰ ਕਹਿੰਦਾ ਵੀ ਦੁਨੀਆ ਚੰਗੀ ਹੈ। ਦੁਨੀਆ ਤੋਂ ਅਸੀਂ ਇਹੀ ਧਨ ਇਕੱਠਾ ਕੀਤਾ, ਅਸੀਂ ਬੁਰਾਈਆਂ ਇਕੱਠੀਆਂ ਕੀਤੀਆਂ ਨੇ। ਸਾਨੂੰ 20 ਸਾਲ ਲੱਗੇ, 30 ਸਾਲ ਲੱਗੇ, ਭਲਾ ਹੋਵੇ ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਜਾਈਏ। ਜਿੰਨਾ ਟਾਈਮ ਅਸੀਂ ਬੁਰਾਈਆਂ ਇਕੱਠੀਆਂ ਕੀਤੀਆਂ ਨੇ, ਔਗਣ ਇਕੱਠੇ ਕੀਤੇ ਨੇ, ਕੱਚਾ ਧਨ ਔਗਣ, ਤੇ ਪਿਆਰਿਓ ਸਾਨੂੰ ਯਤਨ ਕਰਨਾ ਪਏਗਾ ਕਿ ਗੁਣ ਵੀ ਇਕੱਠੇ ਕਰੀਏ। ਜਿਵੇਂ ਜਿਵੇਂ ਬਾਣੀ ਨੂੰ ਸਮਝਾਂਗੇ, ਸੁਣਾਂਗੇ, ਇਹਨੂੰ ਜੀਵਨ ਵਿੱਚ ਕਮਾਵਾਂਗੇ, ਫਿਰ ਅਸੀਂ ਗੁਣ ਇਕੱਠੇ ਕਰਾਂਗੇ। ਹੁਣ ਗੁਣ ਇਕੱਠੇ ਕਰਨ ਦਾ ਤਰੀਕਾ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਦੱਸਿਆ। ਹਰ ਧਨ ਸੰਚੀਐ ਭਾਈ, ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੇ ਨਾਮ ਧਨ ਨੂੰ ਇਕੱਠਾ ਕਰੋ। ਜੇ ਹਲਤ ਪਲਤ ਹਰ ਹੋਏ ਸਿਖਾਈ, ਕਹਿੰਦੇ ਵੀ ਲੋਕ ਪਰਲੋਕ ਦੇ ਵਿੱਚ ਤੇਰਾ ਸਹਾਰਾ ਬਣੇ, ਸਹੇਲਾ ਹੋਵੇ। ਤੇ ਨਾਲ ਸਤਿਗੁਰੂ ਜੀ ਕਹਿਣ ਲੱਗੇ ਸਤ ਸੰਗਤੀ ਸੰਗ ਹਰ ਧਨ ਖਟੀਐ, ਹੋਰ ਥੈ ਹੋਰ ਥਿਉ ਪਾਏ, ਹਰ ਧਨ ਕਿਤੈ ਨਾ ਪਾਈ। ਸਤਿਗੁਰੂ ਜੀ ਕਹਿੰਦੇ ਸਤ ਸੰਗਤੀ ਸੰਗ, ਗੁਰੂ ਦੀ ਸੰਗਤ ਕਰਕੇ ਹੀ ਹਰ ਧਨ ਇਕੱਤਰ ਕੀਤਾ ਜਾ ਸਕਦਾ। ਭਾਵ ਗੁਰੂ ਦੀ ਮੱਤ ਜਦੋਂ ਪੜ੍ਹਦੇ ਹੁੰਦੇ ਨਾ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ। ਆਨੰਦ ਸਾਹਿਬ ਦੀ ਬਾਣੀ। ਆਪ ਸਤਿਗੁਰੂ ਜੀ ਕਹਿੰਦੇ ਗੁਰੂ ਦਾ ਸ਼ਬਦ ਰਤਨ ਹੈ, ਰਤਨ ਹੈ, ਹੀਰੇ ਜਵਾਹਰਾਤ ਨੇ ਗੁਰੂ ਦਾ ਸ਼ਬਦ। ਤੇ ਸਤਿਗੁਰੂ ਜੀ ਕਹਿੰਦੇ ਇਕੱਠਾ ਕਿੱਥੋਂ ਹੁੰਦਾ ਹੈ? ਫਿਰ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸੰਗਤ ਕੀਤਿਆਂ। ਤੇ ਹੋਰ ਥੈ ਹੋਰ ਥਿਉ ਪਾਏ, ਸਤਿਗੁਰੂ ਜੀ ਕਹਿੰਦੇ ਹੋਰ ਥਾਵਾਂ ਤੋਂ ਜਾਂ ਹੋਰ ਕਿਸੇ ਤਰੀਕੇ ਤੁਸੀਂ ਇਹ ਪਰਮਾਤਮਾ ਦਾ ਨਾਮ ਤਾਂ ਇਕੱਠਾ ਨਹੀਂ ਕਰ ਸਕਦੇ, ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਆਉਣਾ ਪਏਗਾ। ਹਰ ਰਤਨ ਧਨ ਵਿਹਾਜੈ, ਰਤਨੇ ਕਾ ਵਪਾਰੀਆ, ਹਰ ਰਤਨ ਧਨ ਵਿਹਾਜੈ, ਕੱਚੈ ਕੈ ਵਪਾਰੀਐ, ਬਾਕ ਹਰ ਧਨ ਲੈ ਨਾ ਜਾਏ। ਸਤਿਗੁਰੂ ਜੀ ਕਹਿੰਦੇ ਵਪਾਰੀ ਹੁੰਦੇ ਨੇ ਦੋ ਤਰ੍ਹਾਂ ਦੇ। ਇੱਕ ਤਾਂ ਦੁਨਿਆਵੀ ਵਪਾਰ ਕਰਦਾ, ਜਿਵੇਂ ਭਗਤ ਕਬੀਰ ਜੀ ਨੇ ਆਖਿਆ, ਕਿਨੀ ਹੀ ਬਾਂਝਿਆ ਕਾਂਸੀ ਤਾਂਬਾ, ਕਿਨੀ ਹੀ ਲੌਂਗ ਸੁਪਾਰੀ। ਦੁਨੀਆ ਤੇ ਇਹਨਾਂ ਚੀਜ਼ਾਂ ਦਾ ਵਪਾਰ ਹੁੰਦਾ, ਕੋਈ ਕਾਂਸੀ ਦਾ ਵਪਾਰ ਕਰਦਾ, ਕੋਈ ਸੋਨੇ ਦਾ, ਕੋਈ ਚਾਂਦੀ ਦਾ ਵਪਾਰ ਕਰਦਾ, ਕਾਂਸੀ ਚਾਂਦੀ ਦਾ ਵਪਾਰ ਕਰਦਾ। ਕਿਨੀ ਹੀ ਲੌਂਗ ਸੁਪਾਰੀ, ਕੋਈ ਖਾਣ ਪੀਣ ਵਾਲੀਆਂ ਚੀਜ਼ਾਂ, ਲੌਂਗ ਹੋ ਗਿਆ, ਸੁਪਾਰੀ ਹੋ ਗਈ, ਇਹਨਾਂ ਚੀਜ਼ਾਂ ਦਾ ਬਿਜ਼ਨਸ ਕਰਦੇ ਨੇ। ਤੇ ਭਗਤ ਕਬੀਰ ਜੀ ਕਹਿੰਦੇ ਸੰਤੋ ਵਾਂਝਿਆ ਨਾਮ ਗੋਬਿੰਦ ਕਾ, ਨਿਭੀ ਖੇਪ ਹਮਾਰੀ। ਕਹਿਣ ਲੱਗੇ ਸੰਤੋ ਭਾਵ ਜਿਹੜੇ ਪਰਮਾਤਮਾ ਦੇ ਰੱਬ ਦੇ ਸਤਸੰਗੀ ਜਨ ਨੇ, ਉਹਨਾਂ ਨੇ ਪਰਮਾਤਮਾ ਦਾ ਨਾਮ ਧਨ ਇਕੱਠਾ ਕੀਤਾ। ਤਾਂ ਹੁਣ ਸਤਿਗੁਰੂ ਜੀ ਕਹਿੰਦੇ ਵਾਕ ਹਰ ਧਨ ਲੈ ਨਾ ਜਾਈ, ਹਰ ਧਨ ਰਤਨ ਜਵੇਹਰ ਮਾਨਕ, ਹਰ ਅੰਮ੍ਰਿਤ ਵੇਲੇ ਵਤੈ, ਭਗਤੀ ਹਰ ਲੈ ਬੁਲਾਏ। ਕਹਿਣ ਲੱਗੇ ਵੀ ਜੇ ਪਰਮਾਤਮਾ ਦਾ ਨਾਮ ਧਨ ਇਕੱਠਾ ਕੀਤਾ, ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰੋ, ਬਾਣੀ ਪੜ੍ਹੋ, ਬਾਣੀ ਨੂੰ ਸਮਝੋ, ਬਾਣੀ ਦੀ ਵਿਚਾਰ ਕਰੋ। ਤੇ ਬਾਣੀ ਵਿੱਚੋਂ ਜੋ ਤੁਹਾਨੂੰ ਲੱਭੇਗਾ, ਚੰਗੇ ਗੁਣ ਲੱਭਣਗੇ, ਉਹਨਾਂ ਨੇ ਤੁਹਾਡਾ ਜੀਵਨ ਸੁਖਾਲਾ ਕਰ ਦੇਣਾ। ਹੁਣ ਬੰਦਾ ਇਹੀ ਕਹਿੰਦਾ ਵੀ ਪੈਸਾ ਆ ਜਾਵੇ ਤੇ ਸੌਖੇ ਹੋ ਜਾਵਾਂਗੇ, ਪਰ ਪੈਸਾ ਆ ਜਾਂਦਾ ਸੌਖਾ ਨਹੀਂ ਹੁੰਦਾ, ਸਗੋਂ ਔਖਾ ਹੋ ਜਾਂਦਾ। ਸੌਖਾ ਹੋ ਜਾਂਦਾ ਜਿਹਨੂੰ ਸਤਿਗੁਰੂ ਜੀ ਕਹਿੰਦੇ ਜਿਸ ਕਰੇ ਬਹੁਤ ਤਿਸੈ ਕਰੇ ਚਿੰਤਾ, ਜਿਸ ਕਰੇ ਥੋੜੀ ਸੋ ਫਿਰੈ ਭਵੰਤਾ, ਦੋਹੋਂ ਵਿਵਸਥਾ ਤੇ ਜੋ ਮੁਕਤਾ ਸੋਈ ਸਹੇਲਾ ਭਾਲੀਏ। ਤਾਂ ਸਤਿਗੁਰੂ ਜੀ ਨੇ ਸਮਝਾਇਆ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜਾ ਪਰਮਾਤਮਾ ਦਾ ਨਾਮ ਤਾਂ ਅੰਮ੍ਰਿਤ ਵੇਲੇ ਉੱਠ ਕੇ ਗੁਰਸਿੱਖ ਕੀ ਕਰਦਾ ਜੀ? ਬਾਣੀ ਪੜ੍ਹਦਾ। ਬਾਣੀ ਦੇ ਵਿੱਚੋਂ ਚੰਗੀ ਸਿੱਖਿਆ ਪ੍ਰਾਪਤ ਹੁੰਦੀ ਹੈ। ਚੰਗੀ ਸਿੱਖਿਆ ਦੇ ਨਾਲ ਜਿਹੜਾ ਉਹ ਜੀਵਨ ਜਿਉਂਦਾ ਤੇ ਜੋ ਕਿਰਤ ਕਮਾਈ ਕਰਦਾ ਉਹ ਸੱਚਾ ਧਨ ਹੁੰਦਾ, ਗੁਰੂ ਤੋਂ ਸਿੱਖਿਆ ਲੈ। ਹੁਣ ਦੇਖੋ ਵੀ ਇਹ ਤਾਂ ਨਹੀਂ ਹੁੰਦਾ ਵੀ ਸਾਰਾ ਪੈਸਾ ਲੈ ਕੇ ਅਸੀਂ ਗੁਰੂ ਕੋਲੇ ਰੱਖ ਦੇਣਾ ਤੇ ਫੇਰ ਹੀ ਸਾਡਾ ਜੀਵਨ ਸਫਲਾ ਹੁੰਦਾ। ਉੱਥੇ ਸਤਿਗੁਰੂ ਜੀ ਨੇ ਲਿਖਿਆ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈਏ। ਤਨ ਗੁਰੂ ਦੇ ਅਨੁਸਾਰ ਇਹਦੀ ਵਰਤੋਂ ਕਰ, ਤਨ ਮਨ ਵਿੱਚ ਗੁਰੂ ਦਾ ਉਪਦੇਸ਼ ਹੋਵੇ, ਧਨ ਪੈਸੇ ਦੀ ਵਰਤੋਂ ਗੁਰੂ ਦੇ ਅਨੁਸਾਰ ਹੀ ਕਰ ਲੈ। ਬਸ ਜਿਹੜਾ ਪੱਬਾਂ ਕਲੱਬਾਂ ਵਿੱਚ ਲੱਗਦਾ ਉਹ ਗੁਰੂ ਦੀ ਗੋਲਕ ਵਿੱਚ ਪੈ ਕੇ ਕਿਸੇ ਭੁੱਖੇ ਵਾਸਤੇ, ਕਿਸੇ ਲੋੜਵੰਦ ਵਾਸਤੇ ਉਹਦੇ ਗੁਜ਼ਾਰੇ ਦਾ ਸਾਧਨ ਬਣ ਜਾਏ। ਇਹਦੀ ਵਰਤੋਂ ਜਾਇਜ਼ ਕਰ ਲੈ। ਸਾਨੂੰ ਬਾਬਿਆਂ ਨੇ ਸਾਧਾਂ ਨੇ ਡਰਾ ਕੇ ਲੁੱਟ ਲਿਆ। ਇਹ ਮਾਇਆ ਜੀ, ਇਹ ਨਾਗਣੀ ਹੁੰਦੀ ਆ ਜੀ, ਇਹ ਕੱਚਾ ਧਨ ਆ ਜੀ, ਇਹ ਜ਼ਹਿਰ ਆ ਜੀ, ਇਹ ਤੋਂ ਦੂਰ ਰਹੋ ਜੀ। ਤੋਂ ਭੋਲੇ ਲੋਕਾਂ ਨੇ ਆਪਣੀਆਂ ਜੇਬਾਂ ਖਾਲੀ ਕਰ ਛੱਡੀਆਂ। ਸਾਨੂੰ ਸਮਝਾਇਆ ਨਹੀਂ। ਤੋਂ ਅਸਲ ਦੇ ਵਿੱਚ ਪੈਸਾ ਕੱਚਾ ਧਨ ਨਹੀਂ ਹੈ। ਪੈਸੇ ਨੂੰ ਕਮਾਉਣ ਦਾ ਜਿਹੜਾ ਤਰੀਕਾ ਸਾਡਾ
ਉਹ ਗਲਤ ਹੋਣ ਕਰਕੇ ਸਤਿਗੁਰੂ ਜੀ ਨੇ ਕੱਚਾ ਧਨ ਕਹਿ ਦਿੱਤਾ। ਹੁਣ ਤੁਸੀਂ ਦੇਖੋ ਬੜੇ ਅਮੀਰ ਲੋਕ ਨੇ, ਉਹਨਾਂ ਦੇ ਚਿੱਤ ਨੂੰ ਕਦੇ ਵੀ ਸ਼ਾਂਤੀ ਨਹੀਂ, ਭਟਕਣਾ ਲੱਗੀ ਰਹਿੰਦੀ ਹੈ, ਪੈਰ ਪੈਰ ਤੇ ਦੁਖੀ ਹੋਏ ਰਹਿੰਦੇ ਨੇ, ਖਿੱਚਦੇ ਰਹਿੰਦੇ ਨੇ, ਸੜਦੇ ਰਹਿੰਦੇ ਨੇ, ਪੈਸਾ ਤਾਂ ਉਹਨਾਂ ਕੋਲ ਬਹੁਤ ਹੈ। ਤਾਂ ਹੁਣ ਪਿਆਰਿਓ, ਸਤਿਗੁਰੂ ਜੀ ਨੇ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਜੀ ਕਹਿੰਦੇ ਹਰ ਧਨ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ। ਅੰਮ੍ਰਿਤ ਵੇਲੇ ਜਿਹੜੇ ਭਗਤ ਗੁਰੂ ਦੇ ਸਿੱਖ ਪਰਮਾਤਮਾ ਦੀ ਬਾਣੀ ਨੂੰ, ਰੱਬ ਦੇ ਗਿਆਨ ਨੂੰ ਸਮਝ ਕੇ ਜ਼ਿੰਦਗੀ ਜਿਉਂਦੇ ਨੇ, ਤੇ ਕਹਿਣ ਲੱਗੇ ਅੰਮ੍ਰਿਤ ਵੇਲੇ ਬੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨੇ ਫੁੱਟਿਆ ਨਹੀਂ। ਕਹਿੰਦੇ ਐਸਾ ਨਾਮ ਧਨ ਹੈ ਕਿ ਫਿਰ ਜਿਹੜਾ ਕਦੇ ਮੁੱਕਦਾ ਨਹੀਂ। ਇਹਨੂੰ ਸਾਰੀ ਜ਼ਿੰਦਗੀ ਵਰਤੀ ਜਾਓ, ਭਾਵੇਂ ਤੁਸੀਂ ਸਾਰੀ ਦੁਨੀਆ ਵਿੱਚ ਵੰਡ ਦਿਓ। ਜਿਹਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਹੈ, ਹਮ ਧਨਵੰਤ ਭਾਗਤ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਸਤਿਗੁਰੂ ਜੀ ਕਹਿੰਦੇ ਅਸੀਂ ਹੁਣ ਬੜੇ ਧਨ ਵਾਲੇ ਹੋ ਗਏ ਹਾਂ, ਹਮ ਧਨਵੰਤ ਭਾਗਤ, ਵੱਡੇ ਭਾਗਾਂ ਵਾਲੇ ਹੋ ਗਏ ਹਾਂ, ਅਸੀਂ ਬੜੇ ਧਨਵਾਨ ਅਮੀਰ ਹੋ ਗਏ ਹਾਂ, ਵੱਡੇ ਭਾਗਾਂ ਵਾਲੇ ਹੋ ਗਏ ਹਾਂ। ਹਰ ਗੁਣ ਗਾਵੇ ਸਹਿਜ ਸੁਭਾਏ। ਹੁਣ ਸਾਡੇ ਅੰਦਰ ਸਹਿਜ ਇੱਕ ਅਵਸਥਾ ਬਣ ਗਈ ਹੈ, ਪਰਮਾਤਮਾ ਨਾਲ ਸਦਾ ਜੁੜੇ ਰਹੀਦਾ, ਉਸ ਪਰਮਾਤਮਾ ਨਾਲ ਜੁੜ ਕੇ ਜੀਵਨ ਬਤੀਤ ਹੋ ਰਿਹਾ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਹਾਂ ਮੇਰਾ ਮਨ ਭਇਆ ਨਿਧਾਨਾ। ਇਹ ਜੋ ਰੱਬੀ ਬਾਣੀ ਹੈ, ਸਤਿਗੁਰੂ ਜੀ ਕਹਿੰਦੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਬਚਨ ਉਚਾਰਨ ਕਰ ਰਹੇ ਨੇ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ। ਹੁਣ ਦੁਨਿਆਵੀ ਲੋਕ ਤਾਂ ਪੇਟੀਆਂ ਖੋਲਦੇ ਨਾ, ਬਜ਼ੁਰਗ ਚੜ੍ਹਾਈ ਕਰ ਜਾਂਦੇ, ਕੋਈ ਤਿਜੋਰੀ ਪਈ ਹੁੰਦੀ ਘਰੇ, ਕੋਈ ਸੇਫ ਪਈ ਹੁੰਦੀ ਆ, ਉਹਨੂੰ ਖੋਲ ਕੇ ਕਹਿੰਦੇ ਵੀ ਸਾਡਾ ਬਾਪੂ ਕੀ ਛੱਡ ਕੇ ਗਿਆ। ਤੇ ਜਿਹੜੇ ਸੱਚਾ ਧਨ ਇਕੱਠਾ ਕਰਨ ਵਾਲੇ ਨੇ, ਉਹ ਦੇਖਦੇ ਨੇ ਵੀ ਸਤਿਪੁਰਸ਼ ਰੱਬ ਦੇ ਪਿਆਰੇ ਗੁਰੂ ਸਾਹਿਬਾਨ ਭਗਤ ਜਨ ਸਾਡੇ ਵਾਸਤੇ ਕੀ ਛੱਡ ਕੇ ਗਏ। ਉਹ ਕਹਿੰਦੇ ਜਦੋਂ ਅਸੀਂ ਇਸ ਖਜ਼ਾਨੇ ਨੂੰ ਖੋਲ ਕੇ ਦੇਖਿਆ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਹਿੰਦੇ ਸਾਡਾ ਮਨ ਸੀ ਨਾ ਜਿਹੜਾ, ਇਹਨੂੰ ਖੁਸ਼ੀ ਦਾ ਖਜ਼ਾਨਾ ਲੱਭ ਗਿਆ। ਨਿਧਾਨ ਭਾਵ ਇਹਨੂੰ ਖਜ਼ਾਨਾ ਲੱਭ ਗਿਆ। ਤਾਂ ਮੇਰਾ ਮਨ ਭਇਆ ਨਿਧਾਨਾ, ਮੇਰੇ ਮਨ ਨੂੰ ਇਤਨਾ ਵੱਡਾ ਖਜ਼ਾਨਾ ਮਿਲ ਗਿਆ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਖਾਵੇ ਖਰਚਿਆਂ ਨਾਲ ਮਿਲ ਭਾਈ ਕੋਟ ਨਾ ਆਵੇ, ਵੱਧ ਹੋ ਜਾਏ। ਤਾਂ ਸਤਿਗੁਰੂ ਜੀ ਕਹਿੰਦੇ ਇਹ ਖਜ਼ਾਨਾ ਹੈ ਭਾਗ ਚੜੇ ਹਰ ਸੰਤ ਕੁਮਾਰੇ, ਜਿਨ ਕਾ ਧਨ ਹਰ ਨਾਮਾ ਪ੍ਰਵਾਨ ਗਣੀ ਸਈ ਆਏ, ਸਫਲ ਤਿਨਾ ਕੇ ਕਾਮਾ। ਸੋ ਵੱਡੇ ਭਾਗਾਂ ਵਾਲੇ ਨੇ ਜਿੱਥੇ ਇਹ ਨਾਮ ਤਾਂ। ਤੇ ਇਹ ਇਕੱਠਾ ਹੁੰਦਾ ਕਿਵੇਂ ਹੈ? ਜਦੋਂ ਆਪਾਂ ਨਾ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀਏ, ਉੱਥੇ ਸਤਿਗੁਰੂ ਜੀ ਨੇ ਲਿਖਿਆ, ਪੂਰੇ ਗੁਰ ਕਾ ਸੁਣਿਓ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਥ ਸਾਥ ਸਿਮਰੋ ਗੋਬਿੰਦ ਮਾਨੇ ਅੰਤਰ ਕੀ ਉਤਰੈ ਚਿੰਤ, ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰ ਧਨ ਕੇ ਭਰ ਲੈ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਪੂਰੇ ਗੁਰੂ ਨਾਲ ਜੁੜ ਕੇ ਇਕੱਠਾ ਹੋਣਾ। ਤਾਂ ਹੁਣ ਪਿਆਰਿਓ, ਸਤਿਗੁਰੂ ਜੀ ਨੇ ਸਮਝਾਇਆ, ਕਹਿਣ ਲੱਗੇ ਪਿਆਰਿਆ, ਜਿਹੜੇ ਲੋਕ ਆਪਣੀ ਮੱਤ ਵਰਤ ਕੇ ਜ਼ਿੰਦਗੀ ਜਿਉਂਦੇ ਨੇ, ਦੁਨੀਆ ਦੇ ਉੱਤੇ ਧਨ ਪਦਾਰਥ ਇਕੱਠਾ ਕਰ ਲੈਂਦੇ ਨੇ, ਉਹ ਕੋਈ ਬਹੁਤਾ ਲਾਹੇਵੰਦ ਨਹੀਂ ਹੁੰਦਾ, ਉਹਨਾਂ ਨੂੰ ਆਤਮਿਕ ਸੁੱਖ ਨਹੀਂ ਲੱਭਦੇ। ਇਸ ਕਰਕੇ ਪਿਆਰਿਆ, ਰਹਾਉ ਵਾਲਾ ਬੰਦੇ ਜਿਹੜਾ ਸਤਿਗੁਰੂ ਜੀ ਫਰਮਾਨ ਕਰਦੇ ਨੇ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਪੁਨ ਆਵੇ ਜਾਏ। ਸਤਿਗੁਰੂ ਜੀ ਕਹਿੰਦੇ ਸਾਚਾ ਧਨ ਗੁਰਮਤੀ ਪਾਏ। ਜਿਹੜਾ ਸੱਚਾ ਧਨ ਹੈ ਉਹ ਗੁਰੂ ਦੀ ਮੱਤ ਦੁਆਰਾ ਪ੍ਰਾਪਤ ਹੋਣਾ। ਹੁਣ ਸੱਚਾ ਧਨ ਚੇਤੇ ਕਰ ਲਓ, ਇਹ ਗੱਲ ਪੱਲੇ ਬੰਨ੍ਹ ਲਓ ਵੀ ਗੁਰੂ ਦੀ ਮੱਤ ਲੈ ਕੇ ਜ਼ਿੰਦਗੀ ਜਿਉਣੀ ਹੀ ਸੱਚਾ ਧਨ ਪ੍ਰਾਪਤ ਕਰਨਾ ਹੈ। ਬੜਾ ਸੌਖਾ ਲਿਖਿਆ ਸਤਿਗੁਰੂ ਜੀ ਨੇ, ਸਾਚਾ ਧਨ ਗੁਰਮਤੀ ਪਾਏ, ਗੁਰ ਕੀ ਮੱਤ ਤੂੰ ਦੇ ਗਿਆਨੇ। ਹੋਰ ਵੀ ਬੜੇ ਥਾਵਾਂ ਸਾਨੂੰ ਇਦਾਂ ਦੇ ਪ੍ਰਮਾਣ ਮਿਲ ਜਾਂਦੇ ਨੇ। ਤਾਂ ਹੁਣ ਪਿਆਰਿਓ, ਸਤਿਗੁਰੂ ਜੀ ਕਹਿੰਦੇ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਪੁਨ ਆਵੇਗਾ। ਤੇ ਇਹ ਜਿਹੜੇ ਅਸੀਂ ਗੁਣ ਮੰਨ ਲਓ ਵੀ ਔਗਣ ਇਕੱਠੇ ਕਰੀ ਬੈਠੇ ਆ, ਇਹਦੇ ਨਾਲ ਕਮਾਏ ਹੋਏ ਧਨ ਪਦਾਰਥ ਜਾਂਦੇ ਆਉਂਦੇ ਰਹਿੰਦੇ ਨੇ, ਇਹਨਾਂ ਦੇ ਵਿੱਚ ਟਿਕਾ ਨਹੀਂ ਹੈ। ਕਿਤੇ ਪੈਸਾ ਬਹੁਤਾ ਆ ਜਾਂਦਾ, ਕਿਸੇ ਵੇਲੇ ਉਹੀ ਬੰਦਾ ਹੁੰਦਾ, ਬੰਦਾ ਕਹਿੰਦਾ ਕਿਸੇ ਤੋਂ ਮੰਗਦਾ ਵੀ ਅੱਜ ਹੈ ਨਹੀਂ ਯਾਰ, ਕੱਲ੍ਹ ਨੂੰ ਤੇਰੇ ਮੋੜ ਦਿਆਂਗਾ, ਮੇਰਾ ਹੱਥ ਟੈਟ ਹੋ ਗਿਆ। ਇਹਨਾਂ ਵਿੱਚ ਵਾਧਾ ਘਾਟਾ ਹੁੰਦਾ ਰਹਿੰਦਾ। ਪਰ ਜੋ ਪਰਮਾਤਮਾ ਦਾ ਨਾਮ ਧਨ ਸਹਿਜ ਇੱਕ ਅਵਸਥਾ ਹੈ, ਜਿਹੜਾ ਸੱਚ ਹੈ, ਸਦੀਵ ਹੈ, ਉਹ ਫਿਰ ਮਨੁੱਖ ਦੇ ਅੰਦਰ ਟਿਕ ਜਾਂਦਾ। ਉਹ ਚੀਜ਼ ਫਿਰ ਕਦੇ ਵੀ ਜਾਂਦੀ ਆਉਂਦੀ ਨਹੀਂ। ਤਾਂ ਹੁਣ ਸਤਿਗੁਰੂ ਜੀ ਕਹਿਣ ਲੱਗੇ, ਕਾਚਾ ਧਨ ਪੁਨ ਆਵੇ ਜਾਏ, ਇਹਦਾ ਫਿਰ ਆਉਣਾ ਜਾਣਾ ਬਣਿਆ ਰਹਿੰਦਾ। ਤੇ ਅੱਗੇ ਫਿਰ ਰਹਾਉ ਵਾਲੇ ਪੰਥ ਤੋਂ ਸਾਹਿਬ ਜੀ ਫਰਮਾਨ ਕਰਦੇ ਨੇ,
ਮਨਮੁਖ ਭੂਲੇ ਸਭ ਮਰੈ ਗਵਾਰ, ਭਵਜਲ ਡੂਬੇ ਨਾ ਉਰਵਾਰ ਨਾ ਪਾਰ। ਜਿਹੜੇ ਆਪਣੇ ਮਨ ਮਗਰ ਲੱਗਣ ਵਾਲੇ ਨੇ, ਤੇ ਸਾਹਿਬ ਜੀ ਆਖਦੇ ਕਹਿੰਦੇ ਉਹ ਲੋਕ ਨਾ ਮਨਮੁਖ ਭੂਲੇ ਸਭ ਮਰੈ ਗਵਾਰ, ਉਹ ਆਤਮਿਕ ਮੌਤ ਤੇ ਮਰੇ ਹੋਏ ਹੁੰਦੇ ਨੇ। ਸਰੀਰ ਕਰਕੇ ਭਾਵੇਂ ਉਹ ਜਿਉਂਦੇ ਹੁੰਦੇ ਨੇ, ਜਿਹਨੂੰ ਸਤਿਗੁਰੂ ਜੀ ਨੇ ਆਖਿਆ ਅੱਖਾਂ ਜੀਵਾਂ ਵਿਸਰੈ ਮਰ ਜਾਉ। ਪਰਮਾਤਮਾ ਨਾਲ ਜੁੜ ਕੇ ਹੀ ਸਾਡਾ ਜੀਵਨ ਹੈ। ਜੇ ਅਸੀਂ ਉਹਨੂੰ ਭੁਲਾ ਲਿਆ ਤੇ ਗੁਰੂ ਦੀ ਨਿਗਾਹ ਵਿੱਚ ਅਸੀਂ ਮੁਰਦੇ ਹਾਂ। ਸਤਿਗੁਰੂ ਜੀ ਕਹਿੰਦੇ ਮਨ ਮਗਰ ਲੱਗ ਕੇ ਮਰ ਗਏ ਨੇ। ਮਨਮੁਖ ਭੁੱਲੇ ਸਭ ਮਰੇ ਗਵਾਰ, ਭੁੱਲ ਗਏ ਨੇ, ਉਹ ਭੁੱਲੇ ਹੋਏ ਨੇ, ਸੋਝੀ ਕੋਈ ਨਹੀਂ, ਕੇਵਲ ਆਪਣੇ ਮਨ ਮਗਰ ਤੁਰਦੇ ਨੇ। ਭਵਜਲ ਡੂਬੇ ਨਾ ਉਰਵਾਰ ਨਾ ਪਾਰ, ਸਤਿਗੁਰ ਭੇਟੇ ਪੂਰੇ ਭਾਗ, ਸਾਚ ਰਤੇ ਐਨ ਸਵੈ ਰਾਗ। ਕਹਿੰਦੇ ਵੀ ਇਹ ਵੱਡੇ ਭਾਗ ਨੇ ਜਿਹੜਾ ਮਨੁੱਖ ਗੁਰੂ ਨਾਲ ਜੁੜਦਾ। ਹੁਣ ਤੁਸੀਂ ਆਉਂਦੇ ਹੋ, ਪਿਆਰੇ ਹੋ, ਬੈਠਦੇ ਹੋ, ਸੁਣਦੇ ਹੋ, ਕੋਈ ਮਾੜੀ ਮੋਟੀ ਗੱਲ ਨਹੀਂ ਹੈ, ਇਹ ਗੱਲ ਬਹੁਤ ਵੱਡੀ ਹੈ। ਪਰ ਅਸਲ ਗੱਲ ਹੈ ਵੀ ਗੁਰੂ ਨਾਲ ਮਿਲਾਪ ਹੋ ਜਾਵੇ। ਸੁਣ ਕੇ ਅਸੀਂ ਕਿਤੇ ਉੱਦਾਂ ਦੇ ਨਾ ਰਹਿ ਜਾਈਏ। ਇਹਨੂੰ ਸਤਿਗੁਰੂ ਜੀ ਨੇ ਆਖਿਆ ਸਤਿਗੁਰ ਭੇਟ ਹੈ। ਭੇਟ ਤੋਂ ਭਾਵ ਹੁੰਦਾ ਮਿਲਾਪ, ਮਿਲਾਪ ਹੋ ਜਾਣਾ। ਸਤਿਗੁਰ ਭੇਟ ਹੈ ਪੂਰੇ ਭਾਗ। ਸਤਿਗੁਰੂ ਜੀ ਕਹਿੰਦੇ ਉਸ ਮਨੁੱਖ ਦੇ ਭਾਗ ਪੂਰੇ ਨੇ ਜਿਹਦਾ ਗੁਰੂ ਨਾਲ ਮਿਲਾਪ ਹੋ ਗਿਆ, ਉਹ ਪੂਰੇ ਭਾਗਾਂ ਵਾਲਾ ਹੈ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਵੱਡੇ ਭਾਗਾਂ ਵਾਲਾ ਹੈ। ਤੇ ਸਤਿਗੁਰੂ ਜੀ ਕਹਿੰਦੇ ਸਾਚ ਰਤੇ ਐਨ ਸਵੈ ਰਾਗ, ਉਹ ਫਿਰ ਸੱਚ ਨਾਲ ਜੁੜ ਜਾਂਦੇ ਨੇ ਤੇ ਉਹਨਾਂ ਦੇ ਮਨ ਅੰਦਰ ਸੱਚ ਦਾ ਵੈਰਾਗ ਪੈਦਾ ਹੋ ਜਾਂਦਾ। ਪਰਮਾਤਮਾ ਨਾਲ ਜੁੜਨ ਦੀ ਤਾਂ ਉਹਨਾਂ ਦੇ ਅੰਦਰ ਸਦਾ ਬਣੀ ਰਹਿੰਦੀ ਹੈ। ਚੌਂ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਸਤਿਗੁਰੂ ਜੀ ਕਹਿੰਦੇ ਹਰ ਸਮੇਂ ਅੰਦਰ, ਚੌਂ ਜੁਗ ਮੈਂ, ਜੁਗਾਂ ਤੋਂ ਭਾਵ ਸਮੇਂ ਦੀ ਵੰਡ ਕਰਨ ਦਾ ਇੱਕ ਤਰੀਕਾ। ਸਤਿਗੁਰੂ ਜੀ ਕਹਿੰਦੇ ਭਾਈ ਹਰ ਸਮੇਂ ਇਹ ਬਾਣੀ ਸੱਚੀ ਹੈ, ਇਹ ਬਾਣੀ ਸੱਚੀ ਰਹੇਗੀ। ਚੌਂ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ। ਇਹ ਕਦੇ ਵੀ ਜਦੋਂ ਆਪਾਂ ਬਾਣੀ ਵਿੱਚ ਸ਼ਬਦ ਪੜ੍ਹੀਏ ਨਾ, ਇੱਦਾਂ ਸਾਨੂੰ ਇਹ ਸ਼ਬਦ ਮਿਲ ਜਾਂਦੇ ਨੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਜਾਂ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਕਿਤੇ ਸਤਿਗੁਰੂ ਜੀ ਨੇ ਇਹਨੂੰ ਧੁਰਕੀ ਬਾਣੀ ਆਖਿਆ ਹੈ, ਧੁਰਕੀ ਬਾਣੀ ਆਈ। ਤਾਂ ਹੁਣ ਪਿਆਰੋ ਸਤਿਗੁਰੂ ਜੀ ਕਹਿੰਦੇ ਚੌਂ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਸਤਿਗੁਰੂ ਜੀ ਕਹਿੰਦੇ ਪੂਰੇ ਭਾਗ, ਜਿਹੜਾ ਮਨੁੱਖ ਆਪਣ ਇਹਦੇ ਹਿਰਦੇ ਵਿੱਚ ਵਸਦੀ ਹੈ ਬਾਣੀ, ਉਹਦੇ ਪੂਰੇ ਭਾਗ, ਉਹ ਵੱਡੇ ਭਾਗਾਂ ਵਾਲਾ ਹੈ। ਹੁਣ ਬਾਣੀ ਸੁਣਦੇ ਕਿੰਨੇ ਲੋਕ ਨੇ, ਕਿੰਨੇ ਲੋਕ ਹਾਜ਼ਰੀਆਂ ਭਰਦੇ ਨੇ ਸਤਿਗੁਰੂ ਜੀ ਦੇ ਹਜ਼ੂਰ, ਕਿੰਨੇ ਕਿੰਨੇ ਜਿਨ੍ਹਾਂ ਨੂੰ ਕੋਈ ਬਾਣੀ ਦੀ ਪੰਕਤੀ ਯਾਦ ਹੋ ਜਾਵੇ, ਸੁਣ ਕੇ ਉਹ ਪੱਲੇ ਬੰਨ੍ਹ ਕੇ ਲੈ ਜਾਣ। ਇਹਦਾ ਮਤਲਬ ਹੈ ਜੇ ਭਾਗ ਪੂਰੇ ਨਹੀਂ, ਭਾਗ ਅਧੂਰੇ ਨੇ। ਗੁਰੂ ਕੋਲੇ ਆਇਆ ਤੇ ਹੈ, ਪਰ ਜਿਵੇਂ ਆਇਆ ਸੀ ਉਵੇਂ ਮੁੜ ਗਿਆ। ਇਹ ਬਾਣੀ ਨੂੰ ਸਮਝਣ ਦਾ ਯਤਨ ਨਹੀਂ ਕੀਤਾ, ਭਰੋਸਾ ਨਹੀਂ ਕੀਤਾ ਕਿ ਇਹ ਮੇਰੇ ਕੰਮ ਆਉਣ ਵਾਲੀ ਹੈ। ਸਤਿਗੁਰੂ ਜੀ ਕਹਿੰਦੇ ਜੇ ਤੁਹਾਨੂੰ ਸੱਚ ਲੱਭੇਗਾ, ਅੰਤਮ ਸੱਚ ਲੱਭੇਗਾ ਤੇ ਇੱਥੋਂ ਹੀ ਲੱਭੇਗਾ, ਹੋਰ ਕਿਤੋਂ ਨਹੀਂ ਲੱਭੇਗਾ। ਚੌਂ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਸਿੱਧ ਸਾਧਕ ਤਰਸੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਜਿਹੜੇ ਲੋਕ ਰਿੱਧੀਆਂ ਸਿੱਧੀਆਂ ਕਰਕੇ ਕਹਿ ਰਹੇ ਨੇ ਕਿ ਅਸੀਂ ਰੱਬ ਨੂੰ ਪਾਉਣ ਦਾ ਯਤਨ ਕਰ ਰਹੇ ਹਾਂ, ਵੱਡੇ ਵੱਡੇ ਸਾਧਕ ਲੋਕ, ਬੜੀ ਬੜੀ ਸਾਧਨਾ ਕਰਨ ਵਾਲੇ, ਸਤਿਗੁਰੂ ਜੀ ਕਹਿੰਦੇ ਉਹ ਵੀ ਇਹ ਸੱਚੇ ਗਿਆਨ ਨੂੰ ਤਰਸਦੇ ਨੇ। ਸੱਚਾ ਗਿਆਨ ਜਿਹੜਾ ਉਹ ਵੀ ਤਰਸਦੇ ਨੇ ਕਿ ਸਾਨੂੰ ਇਹ ਮਿਲ ਜਾਵੇ। ਸਿੱਧ ਸਾਧਕ ਤਰਸੈ ਸਭ ਲੋਏ, ਇਵੇਂ ਲਿਖਿਆ ਸਤਿਗੁਰੂ ਜੀ ਨੇ, ਤਰਸੈ ਸ਼ਬਦ ਵਰਤਿਆ। ਤੇ ਪਿਆਰਿਓ ਸਾਡੇ ਤਾਂ ਕਿੰਨੇ ਵੱਡੇ ਭਾਗ ਨੇ, ਅਸੀਂ ਇਹ ਸਮੇਂ ਨੂੰ ਅਜਾਈ ਨਾ ਗਵਾਈਏ, ਸਤਿਗੁਰੂ ਜੀ ਦੇ ਕੋਲ ਬੈਠ ਕੇ ਤੇ ਇਸ ਰੱਬੀ ਬਾਣੀ ਨੂੰ ਸੁਣ ਕੇ ਲਾਹੇ ਪ੍ਰਾਪਤ ਕਰੀਏ, ਭਾਵ ਇਹਨੂੰ ਸੁਣੀਏ, ਸਮਝੀਏ ਤੇ ਇਹਦੀ ਵਰਤੋਂ ਵਿਹਾਰ ਆਪਣੇ ਜੀਵਨ ਵਿੱਚ ਸ਼ੁਰੂ ਕਰੀਏ। ਸਿੱਧ ਸਾਧਕ ਤਰਸੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੇ ਕੋਈ। ਜਦੋਂ ਮਨੁੱਖ ਬਾਣੀ ਨਾਲ ਜੁੜਦਾ ਹੈ ਤੇ ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਸਾਰੇ ਕਿਤੇ ਪਰਮਾਤਮਾ ਹੀ ਵਸਿਆ ਹੋਇਆ ਹੈ, ਸਾਰਾ ਕੁਝ ਉਸੇ ਦਾ ਹੀ ਬਣਾਇਆ ਹੋਇਆ ਹੈ ਤੇ ਸਾਰੇ ਕੁਝ ਦੀ ਸਾਂਭ ਸੰਭਾਲ ਕਰਨ ਵਾਲਾ ਉਹ ਆਪੇ ਹੀ ਹੈ। ਭਾਵ ਹਰ ਇੱਕ ਅਵਸਥਾ ਦੇ ਵਿੱਚ ਜਿੱਥੇ ਵੀ ਉਹ ਟਿਕਦਾ ਤੇ ਪਰਮਾਤਮਾ ਤੋਂ ਬਿਨਾਂ ਉਹਦੀ ਸੁਰਤ ਕਿਤੇ ਹੋਰ ਜਾਂਦੀ ਨਹੀਂ। ਸਭ ਕੇ ਸਾਚਾ ਸਾਚਾ ਹੈ ਸੋਈ, ਊਤਮ ਬ੍ਰਹਮ ਪਛਾਣੇ ਕੋਈ। ਪਰ ਸਤਿਗੁਰੂ ਜੀ ਕਹਿੰਦੇ ਕੋਈ ਵਿਰਲਾ ਹੀ ਹੈ ਜਿਸ ਨੂੰ ਇਹ ਗੱਲ ਸਮਝ ਆਉਂਦੀ ਹੈ। ਨਹੀਂ ਤਾਂ ਸਤਿਗੁਰੂ ਜੀ ਕਹਿੰਦੇ 102 ਚੋਂ ਕਿਆ ਗਣੀ, ਸਭ ਇਕਤ ਸਾਧ ਮੁੱਠੀ।
एक अध नाए रसी अड़ा का विरली जाए बुढ़ी। सतगुरु जी कहते गिणती की करिए, एक दी, दो दी, चौं दी। सतगुरु जी कहते गिणती करने वाली तो गल ही नहीं। इस पासे का कोई विरला ही होंगे, एक अद्धा कोई जग में उत्तम काढ़ी है, विरले कई भाव कोई विरला। तो हुण प्यारो विरले असीं भी हो सकते हैं जे असीं गुरबाणी नूं ध्यान नाल सुनांगे, सुन के समझांगे, कमावांगे। उत्तम ब्रह्म पछाणे होए, उस उत्तम ब्रह्म जिहड़ा सब तो उत्तम परमात्मा, सब तो बड़ा श्रेष्ठ है। सतगुरु जी कहते कोई विरला जिहड़ा उहनूं पछाणदा है। सच साचा, सच आप दृढ़ाए। वो मालक वाहिगुरू आप सच्चा है ते अपने प्यारिਆਂ ਨੂੰ सच दृढ़ करवा दिंदा है। उन्हां दा यकीन अपने आप ते आपे बना दिंदा है, रहमत बख्शिश करदा है। ते सतगुरु जी कहते सच साचा, सच आप दृढ़ाए। नानक आपे वेखै, आपे सच लाए। वो मालक वाहिगुरू सब दे जीवन नूं आपे वेखदा है, परखदा है ते अपने प्यारिਆਂ ਦੇ जीवन नूं भी वो वेखदा परखदा है। ते सतगुरु जी कहते फिर उन्होंने आपे ही अपने नाल जोड़ लैंदा है, क्योंकि वो सच्चा है ते सच नाल उन्होंने वो जोड़ लैंदा है। भाव उन्होंने सच्चे धन की प्राप्ति हो जाती है जो गुरमत ज्ञान नाल जुड़ते हैं, गुरबाणी नाल जुड़ते हैं। सो सतगुरु जी रहमत बख्शिश कर। पढ़िया सुनिया थाए पै जावे, भुलां दसदियां जान इत्थे ही छड्ड देणियां। समूह संगतां धन्नवाद, कोटन कोट धन्नवाद सतगुरु जी का, जिन्होंने रहमत बख्शिश करके इस भाग समा बख्शिया है। होइयां बेअंत गलतियां भुलां चुकां दी खिमा जी वलाओ। फतेह। वाहिगुरू जी का खालसा, वाहिगुरू जी की फतेह।